ਵਾਹਿਗੁਰੂ ਸਾਹਿਬ ਜੀ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਾਹਿਬ ਸਤਿਗੁਰੂ ਸਰਬਰੇ ਕਾਇਨਾਤ ਦੀਨ ਦੁਨੀਆ ਦੇ ਮਾਲਕ ਮੁਜਸਮੇ ਸ਼ਬਦੇ ਜਹਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿਉਂਕਿ ਬਾਣੀ ਦਾ ਭਾਵ ਬਾਣੀ ਦੀ ਵਿਚਾਰ ਕਦੀ ਖਤਮ ਨਹੀਂ ਹੁੰਦੀ। ਅਕਸਰ ਮਸਕੀਨ ਜੀ ਕਿਹਾ ਕਰਦੇ ਸਨ, ਸਮਾਂ ਸਮਾਪਤ ਹੋ ਸਕਦਾ ਹੈ, ਜੀਵਨ ਸਮਾਪਤ ਹੋ ਸਕਦਾ ਹੈ, ਸਦੀਆਂ ਦੀਆਂ ਸਦੀਆਂ ਲੰਘ ਸਕਦੀਆਂ ਨੇ, ਇੱਥੋਂ ਤੱਕ ਕਿ ਪੂਰਾਂ ਦੇ ਪੂਰ ਵੀ ਖਤਮ ਹੋ ਸਕਦੇ ਨੇ, ਪਰ ਬਾਣੀ ਦੀ ਵਿਚਾਰ ਕਦੀ ਖਤਮ ਨਹੀਂ ਹੋ ਸਕਦੀ। ਵਿਚਾਰ ਸਦੀਵੀ ਹੈ। ਔਰ ਜਿਹਦੇ ਬਾਰੇ ਹੁਣੇ ਤੁਸੀਂ ਪੜ੍ਹਿਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਸੱਚ ਰਹਿਣ ਵਾਲਾ ਹੈ ਨਾਮ। ਸੋ ਆਪ ਜੀ ਨੇ ਪ੍ਰੇਮ ਦੇ ਵਿੱਚ, ਕਿਉਂਕਿ ਆਪ ਸਾਰੀ ਸੰਗਤ ਬਹੁਤ ਵਿਦਵਾਨ ਹੋ ਜੀ, ਆਪ ਸਾਰੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕੀਤੇ ਹੋਏ ਨੇ, ਇਸਤਿਕਬਾਲ ਹੈ। ਪਰ ਇੱਥੇ ਸਮਾਪਤੀ ਨਹੀਂ ਹੈ ਕਿ ਕਰ ਲਿਆ ਅਤੇ ਬਸ ਸੁਰਖਰੂ ਹੋ ਗਏ, ਬਲਕਿ ਇਹ ਸ਼ੁਰੂਆਤ ਹੈ ਸਾਡੇ ਅਧਿਆਤਮਕ ਜੀਵਨ ਦੀ। ਹੁਣ ਹੋਰ ਸਤਿਗੁਰ ਜੀ ਚੁੱਭੀਆਂ ਡੂੰਘੀਆਂ ਮਾਰਨ ਦਾ ਭਾਵ ਬਖਸ਼ਣ, ਹੋਰ ਚੁੱਭੇ ਅਸੀਂ ਹੋਰ ਡੂੰਘੇ ਜਾਈਏ, ਹੋਰ ਡੂੰਘੀਆਂ ਚੁੱਭੀਆਂ ਮਾਰੀਏ। ਸਤਿਗੁਰ ਜੀ ਬਖਸ਼ਿਸ਼ ਕਰਨ ਜੀ। ਕੋਈ ਵੀ ਰਸਨਾ ਵਿਰਵੀ ਨਾ ਰਹੇ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਸ ਜਪਜੀ ਬਾਬਤ ਵਿਦਵਾਨਾਂ ਨੇ ਇਹ ਜ਼ਿਕਰ ਕੀਤਾ ਕਿ ਇਹ ਜਿਹੜੀ ਬਾਣੀ ਹੈ ਸਤਿਗੁਰੂ ਜੀ ਨੇ ਆਪਣੀ ਉਦਾਸੀਆਂ ਤੋਂ ਉਪਰੰਤ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਲਿਖੀ ਹੈ, ਉਚਾਰੀ ਹੈ। ਔਰ ਇਹ ਵੀ ਜ਼ਿਕਰ ਹੈ ਕਿ ਇਹ ਬਾਣੀ ਇਸ ਮਜ਼ਮੂਨ ਦੇ ਵਿੱਚ 40 ਇਹਦੇ ਬੰਦ ਨੇ, 2 ਸ਼ਲੋਕ ਨੇ ਅਤੇ 38 ਪੌੜੀਆਂ ਨੇ। ਉੱਤੇ ਜਿਹੜਾ ਕੱਲ੍ਹ ਅਸੀਂ ਮੂਲ ਮੰਤਰ ਪੜ੍ਹਿਆ ਸੀ, ਉਹ ਕਿਸੇ ਦੀ ਕੈਦ ਦੇ ਵਿੱਚ ਨਹੀਂ ਹੈ, ਕਿਸੇ ਰੂਪ ਦੇ ਵਿੱਚ ਉਹਨੂੰ ਬੰਦਿਸ਼ 'ਚ ਕੈਦ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਮੰਗਲਾਚਰਨ ਹੈ। ਉਹ ਐਸੀ ਬਖਸ਼ਿਸ਼ ਹੈ ਜਿਹਨੂੰ ਹਰ ਇੱਕ ਧਰਮ ਗ੍ਰੰਥ ਦੀ ਸ਼ੁਰੂਆਤ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਉਸਤਤ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕੁਰਾਨ ਦੇ ਵਿੱਚ ਵੀ ਹੈ, ਉਹਨੂੰ ਹਮੂਦਾ ਕਹਿੰਦੇ ਆ, ਹੁਮਦਾ ਲਫ਼ਜ਼ ਵੀ ਵਰਤਿਆ ਗਿਆ ਹੈ। ਅੰਜੀਲ ਦੇ ਵਿੱਚ ਵੀ ਹੈ। ਇਸ ਤਰ੍ਹਾਂ ਦੁਨੀਆ ਦੇ ਜਿੰਨੇ ਗ੍ਰੰਥ ਨੇ, ਕਠੋਪਨਿਸ਼ਦ ਗ੍ਰੰਥਾਂ ਵਿੱਚ ਵੀ ਹੈ, ਪਾਲੀ ਬੁੱਧਾਂ ਦੇ ਗ੍ਰੰਥ ਅਤੇ ਪ੍ਰਾਕਿਰਤ ਜੈਨੀਆਂ ਦੇ ਜਿਹੜੇ ਭਾਸ਼ਾ 'ਚ ਲਿਖੀਆਂ ਹੋਈਆਂ ਨੇ। ਇਸੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਮੰਗਲਾਚਰਨ ਦੇ ਵਿੱਚ ਦੇ ਦਿੱਤਾ। ਕੋਈ ਮੰਗਲਾਚਰਨ ਕਿਸੇ ਰੂਪ 'ਚ ਕਰਦਾ, ਕੋਈ ਕਿਸੇ ਰੂਪ 'ਚ, ਪਰ ਗੁਰੂ ਨਾਨਕ ਸਾਹਿਬ ਨੇ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਦੀ ਪਰਿਭਾਸ਼ਾ ਕੀ ਹੈ, ਉਹ ਮੰਗਲਾਚਰਨ ਪਾਤੀ। ਇੱਕ ਓਅੰਕਾਰ, ਓਅੰਗ ਲਫ਼ਜ਼ ਤੇ ਆਦਿ ਤੋਂ ਹੈ, ਹਰ ਇੱਕ ਦੇ ਵਿੱਚ ਓਅੰਗ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਜਦ ਗੁਰੂ ਕਾ ਸਿੱਖ ਕੋਈ ਜਿਗਿਆਸੂ ਸਿਮਰਨ ਵਿੱਚ ਜੁੜੇਗਾ, ਉਹ ਭਾਵੇਂ ਜੋ ਮਰਜ਼ੀ ਜਪੇ, ਭਾਵੇਂ ਸਤਿਨਾਮ ਜਪੇ, ਭਾਵੇਂ ਰਾਮ ਜਪੇ,
कुछ भी जपे हर एक अखर विचों उन्होंने ओंग मिलेगा। वाह विचों भी ओंग निकलेगा, हे विचों भी ओंग निकलेगा, गू गू विचों भी किथे जाके ओंग, रू विचों भी, हर एक भाषा हर एक नाम दे विच ओंग लुकिया होया है। और ये ओंग ही आद है, इनू ही नाद क्या, इनू कोई ख़त्म नहीं कर सकता, ये सब दे विच है। इनू ही महाराज जी ओंकार ब्रह्मा उत्पत्त कल भी जिक्र किया सी, और यदा जिक्र गुरु गोबिंद सिंह साहब ने भी किया है। ओंग आद कथनी अनाद, ਇਹਦਾ ਜ਼ਿਕਰ ਵੀ ਹੋਰ सच्चे पातशाह जी ने विस्तार करके बाणियां च दसिया है। एका अगे लाता अंक ब्रह्म के भुलेखा खत्म हो जाए। एक ओंकार तू ही तू है, बस तेरी कार है। और कार का मतलब जिहड़ी सदा रहने वाली है, कॉन्सटेंट है, कोई रुकावट नहीं कर सकता। कोई मैं चाहां कि मैं रब की कार विच कोई रुकावट कर दा, मैं खत्म हो जाऊँगा कि रब की कुदरत नहीं खत्म होने वाली। सत नाम जिहड़ा सच्चा है, जिहड़ा सच के रूप दे विच भी है तो सत के रूप दे विच भी है। आइदर इट्स एग्जिस्टेंस और आइदर इट्स ट्रूथ, दोनों चीज़ां इहदे विच लुकियां होईयां ने। करता पुरख, ये 9 अखर ने सारे, इनू तुसीं गिणोगे, एक ओंकार सतनाम करता पुरख निरभउ निर्वैर अकाल मूरत कट्ठा अजूनी सहभंग गुरप्रसाद, ये 9 अखरां दा मंगलाचरण बनाया है सतगुरु जी ने। तो 9 नाम वल, 9 का भाव नाम, अंक नूं भी उस नाम के नाल जोड़िया कि 9 विचों भी ओंग चेता आए, कि 9 विचों भी नाम चेता आए। खैर चलो ये बहुत विदवता, जद असी संप्रदाय टीकियां नूं पढ़दे हां ते सैकड़े ही पन्ने इस रूप दे विच लिखे हुए ने। करता पुरख है, खखे दे औंकड़ है, पुरख दे एक वचन वाहिगुरू, एक ही है सिंगुलर। निरभउ, कोई भौ नहीं, भै काहू को देत नै वाली भावना, कोई डर नहीं उन्होंने, ਉਹਦੇ उत्ते किसी का डर नहीं। निर्वैर, कोई वैर नहीं। अकाल मूरत, हुण अकाल की है? अकाल के 2 अर्थ ने गुरमत दे। अकाल समय तो परां भी है, और जद असी अकाल नूं तोड़ते हैं तो बनता है आ प्लस काल, तो काल 2 अखरां च है, काल समा भी है तो काल मौत भी है। और अकाल समय तो परां भी है तो जन्म मरण तो परां भी है। इस करके अकाल के 2 अर्थ, जिमें काल के 2 अर्थ, काल का मतलब मौत भी, काल का मतलब समा भी। अकाल मौत तो भी परा और समय तो भी परा, समय तो भी परा। अकाल मूरत, अच्छा मूरत की है? मूरत का अर्थ लो हस्ती, ओदी पूर्ण हस्ती, ओदी पूर्ण शै, कि जे जिस तरह का रब है किस तरह बयान करिए, ओदी हस्ती जिहड़ी है ना वो अकाल रूप है। बंदे काल दे विच है, सब कुछ काल विच है। काल पाए ब्रह्मा बवतरा, काल पाए शिवजू अवतरा, काल पाए करबिसन प्रकाशा, सकल काल का किया तमाशा। एक शिव भये एक गए, एक फिर भये, रामचंद्र कृष्ण के अवतार भी अनेक हैं। पर उन्हें जद सब कुछ बनाया है वो अकाल, उहदी हस्ती अकाल है। तो ये सारियां मूर्तां जिहड़ियां ने ना बनाइयां अकाल ने है, पर काल के दायरे विच है। पर उहदी हस्ती, उहदी हस्ती जिन्हों मूरत क्या है वो अकाल है। उन्होंने किस रूप च आखो, सरगुण आखो तो भावें निर्गुण आखो। सरगुण निर्गुण निरंकार सुन समाधि आप, सरगुण रूप भी वो अकाल है। बंदे बनाई हुई चीज़ खत्म हो जाएगी पर वो थोड़ी खत्म होएगा। तो निर्गुण भी वो अकाल है। अजूनी, जूना तो परां। सहभंग, भाई गुरदास सहभंग के अर्थ करते जोत स्वरूपी। भाई गुरदास जी दी वारां च आया। जोत स्वरूपी का मतलब अपने आप तो, स्वै तो। और अगला वचन है गुरप्रसाद, ये 2 अर्थ किए ने। गुर का मतलब वड्डा, गुरु मुख देख गरु सुख पायो। प्रसाद का जिहड़ा अर्थ किया है बख्शीश, कृपा। जे कृपा होनी है तो वड्डे दी होनी है। ये संप्रदाय टीके कहते हैं कि वड्डा गुर का मतलब पारब्रह्म परमेश्वर की कृपा। पर प्रोफैसर साहिब सिंह, भाई वीर सिंह, होर विद्वान डॉक्टर गुलजार सिंह कंग वर्गे, इत्थों तक एक जागीर सिंह का टीका है जप प्रकाश का, वो भी इन्होंने अर्थ किए है सतगुरु की कृपा के नाल ही, कि सतगुरु मिली है मुक्ति की प्राप्ति होती है, कि बिन सतगुरु किन्ह ना पायो। जप, आओ जी हुण ये अखर आया जप। जप की है? जप 4 तरह का है गुरमत दे विच। जिस तरह 4 खाणियां ने उस तरह 4 बाणियां ने। गुरु पातशाह ने दसिया कि सिख के जीवन के 4 जप ने। पहला जप है बैखरी,
ਜ਼ੁਬਾਨ ਤੋਂ ਉੱਚਾ ਬੋਲਣ ਵਾਲਾ, ਜਿਹਦੀ ਆਵਾਜ਼ ਆਪਣੇ ਆਪ ਨੂੰ ਨਹੀਂ ਦੂਸਰੇ ਨੂੰ ਤੱਕ ਵੀ ਸੁਣੇ। ਦੂਸਰਾ ਜਪ ਬਣਦਾ ਹੈ ਮਦਮਾ, ਕਿ ਇਸ ਜਪ ਨੂੰ ਜਦ ਬੁੱਲ ਬੋਲਦੇ ਨੇ ਦੂਸਰਾ ਨਹੀਂ ਸੁਣ ਸਕਦਾ, ਪਰ ਆਪਣਾ ਆਤਮਾ ਆਪਣੀ ਅੰਦਰ ਦੀ ਹੋਂਦ ਸੁਣਦੀ ਹੈ। ਤੀਸਰਾ ਇਹ ਜਪ ਬਣਦਾ ਬਸੰਤੀ, ਜਿਸ ਜਪ ਨੂੰ ਗੁਰਮਤ ਕਹਿੰਦੀ ਹੈ ਕਿ ਇਹ ਜਪ ਇੰਨਾ ਅੰਦਰ ਦਾ ਹੋ ਜਾਂਦਾ ਹੈ ਕਿ ਮਦਮਾ ਦਾ ਤੇ ਫਿਰ ਪਤਾ ਲੱਗਦਾ ਬੁੱਲ ਹਿਲ ਰਹੇ ਨੇ, ਕੁਝ ਹੈ, ਪਰ ਬਸੰਤੀ ਐਸਾ ਜਪ ਹੈ ਨਾਲ ਪਏ ਹੋਏ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹਦੇ ਅੰਦਰ ਜਾਪ ਸੋ ਅਜਪਾ ਜਾਪੈ ਚੱਲ ਰਿਹਾ। ਕਿਸੇ ਨੂੰ ਪਤਾ ਹੀ ਨਹੀਂ ਕਿ ਚੁੱਪ ਚੁਪੋਲਾ ਹੈ, ਇਹ ਬਾਹਰੋਂ ਬਿਲਕੁਲ ਸਿਆਣਾ ਤੇ ਅੰਦਰੋਂ ਭੋਲਾ ਕਿਹਾ, ਇਹਨੂੰ ਗੁਰਮੁਖ ਦਾ ਜਪਣਾ ਕਿਹਾ। ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਇਹ ਬਸੰਤੀ ਚੱਲਿਆ। ਔਰ ਗੁਰੂ ਨਾਨਕ ਸਾਹਿਬ ਕਹਿੰਦੇ ਜਦ ਕੋਈ ਸਿੱਖ ਜਿਗਿਆਸੂ ਬਸੰਤੀ ਜਪ ਤੱਕ ਪਹੁੰਚਦਾ, ਇਹ ਬੈਖਰੀ ਤੋਂ ਸ਼ੁਰੂ ਹੋ ਕੇ ਮਦਮਾ, ਫਿਰ ਬਸੰਤੀ, ਫਿਰ ਜਿਹੜੀ ਅਗਲੀ ਅਵਸਥਾ ਉਹਨੂੰ ਪਰਾ ਦੀ ਅਵਸਥਾ ਕਿਹਾ। ਉਸ ਅਵਸਥਾ ਦੇ ਵਿੱਚ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਇਸ ਅਵਸਥਾ ਦੇ ਵਿੱਚ ਜਿਹਨੂੰ ਨਾਭੀ ਵੀ ਆਖਿਆ ਸੰਪਰਦਾਇ ਟੀਕੇਕਾਰਾਂ ਨੇ, ਜਿਹਨੂੰ ਗੁਰਮਤ ਦੇ ਵਿੱਚ ਰੋਮ ਰੋਮ ਦਾ ਸਿਮਰਨ ਵੀ ਆਖਿਆ, ਉਹ ਧੜਕਣਾਂ ਨਾਲ ਵੀ ਚੱਲਦਾ ਹੈ। ਬੜੇ ਰੂਪ ਜੋਗੀਆਂ ਨੇ ਉਹਨੂੰ ਧੜਕਣਾਂ ਨਾਲ ਜੋੜਿਆ ਕਿ ਇਕੱਲਾ ਦਿਲ ਦਾ ਧੜਕਣਾ ਨਹੀਂ ਹੁੰਦਾ, ਨਾਭੀ 'ਤੇ ਵੀ ਧੜਕਣ ਮਹਿਸੂਸ ਹੁੰਦੀ ਹੈ ਜਦ ਉੱਥੇ ਤੱਕ ਅਵਸਥਾ ਪਹੁੰਚੇ। ਫਿਰ ਰੋਮ ਰੋਮ ਦੇ ਹਰ ਇੱਕ ਰੋਮ ਦੇ ਵਿੱਚ ਧੜਕਣ ਮਹਿਸੂਸ ਹੁੰਦੀ ਹੈ। ਸੋ ਜਪ 4 ਤਰੀਕਿਆਂ ਦਾ ਹੈ, ਪਰ ਇਹ ਬਾਣੀ ਹੈ ਹੀ ਜਪ, ਬੈਖਰੀ ਤੋਂ ਸ਼ੁਰੂ ਕਰਕੇ ਪਰਾ ਤੱਕ ਦੀ ਅਵਸਥਾ ਤੱਕ ਲੈ ਕੇ ਜਾਣ ਵਾਲੀ ਹੈ। ਜਪ ਦੇ ਪੱਪੇ ਨੂੰ ਔਂਕੜ ਹੈ। ਡਿਜੀਟਲ ਪ੍ਰਿੰਟਿੰਗ ਤੋਂ ਪਹਿਲਾਂ ਕਦੀ ਵੀ ਜਪਜੀ ਸਾਹਿਬ ਨਹੀਂ ਸੀ ਕਿਹਾ ਗਿਆ। ਡਿਜੀਟਲ ਪ੍ਰਿੰਟਿੰਗ ਤੋਂ ਪਹਿਲਾਂ ਪੁਰਾਤਨ ਨਾਮ ਜਾਂ ਤਾਂ ਜਪ ਸੀ ਜਾਂ ਜਪ ਨਿਸ਼ਾਨ ਸੀ। ਜਪ ਨਿਸ਼ਾਨ ਤਤਕਰੇ ਵਿੱਚ ਲਿਖਿਆ ਗਿਆ। ਜਦ ਅਸੀਂ ਪ੍ਰਿੰਟਿੰਗ ਕਰਨੇ ਸ਼ੁਰੂ ਕੀਤੇ ਗੁਟਕੇ ਸਾਹਿਬ, ਤੇ ਇਹ ਜਪ ਜੀ ਸਾਹਿਬ ਅਸੀਂ ਸਤਿਕਾਰ ਲਈ। ਹਾਂ, ਪੁਰਾਤਨ ਤੁਹਾਨੂੰ ਦੱਸਾਂ, ਇਹ ਜਾਣ ਕੇ ਸ਼ਾਇਦ ਆਪ ਜਾਣਦੇ ਵੀ ਹੋਵੋਗੇ, ਸਿਰਫ 2-4 ਮਿੰਟ ਲੈ ਕੇ ਫਿਰ ਅੱਗੇ ਤੁਰਾਂਗਾ। ਇਹ ਜ਼ਰੂਰੀ ਹੈ, ਜਿਹੜੇ ਨਹੀਂ ਜਾਣਦੇ ਉਹ ਜਾਣ ਲੈਣ ਕਿ ਸਭ ਤੋਂ ਪਹਿਲਾਂ ਬਾਣੀ ਇਹ ਪੋਥੀ ਸਾਹਿਬ ਵਿੱਚੋਂ ਜਪਜੀ ਸਾਹਿਬ ਦਾ ਗੁਟਕਾ ਕਿਹਨੇ ਬਣਾਇਆ। ਇਹ ਕਦੀ ਮਨ 'ਚ ਖਿਆਲ ਆਇਆ ਕਿ ਜਪਜੀ ਸਾਹਿਬ ਦਾ ਗੁਟਕਾ ਰੂਪ ਕਿਹਨੇ ਬਣਾਇਆ। ਇਤਿਹਾਸ ਦੀ ਗਵਾਹੀ ਹੈ। ਡਾਕਟਰ ਗੁਲਜ਼ਾਰ ਸਿੰਘ ਕੰਗ ਹੋਰੀ ਦੱਸਦੇ ਨੇ ਕਿਤਾਬ ਵਿੱਚ ਆਪਣੀ ਕਿ ਸਿਮਰਨ ਰੂਪੀ ਇਹਨੂੰ ਨਿਤਨੇਮ ਦਾ ਹਿੱਸਾ ਬਣਾਉਣ ਲਈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਗੁਟਕਾ ਬਣਾਇਆ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦੀ ਹੈ। ਇਹ ਹੈਰਾਨ ਹੋਣ ਵਾਲੀ ਗੱਲ ਨਹੀਂ, ਬਿਲਕੁਲ ਇਤਿਹਾਸਕ ਫੈਕਟ ਨੇ। ਸਭ ਤੋਂ ਪਹਿਲਾਂ ਗੁਟਕਾ ਸੰਗਤਾਂ ਨੂੰ ਇਹ ਨੇਮ ਬਣਾਉਣ ਦਾ ਹਿੱਸਾ ਜਾਂ ਨਿਤ ਦਾ ਨੇਮ ਕਰਨ ਵਾਸਤੇ ਗੁਰੂ ਰਾਮਦਾਸ ਜੀ ਨੇ ਬਣਾਇਆ। ਹੁਣ ਜਦ ਸਿੱਖਾਂ ਤੋਂ ਗੁਰੂ ਰਾਮਦਾਸ ਜੀ ਨੇ ਇਹ ਗੁਟਕੇ ਬਣਵਾਉਣ ਦੀ ਸੇਵਾ ਲਈ, ਜਦ ਗੁਰੂ ਕੇ ਸਿੱਖ ਇਹ ਬਾਣੀ ਗੁਰੂ ਰਾਮਦਾਸ ਜੀ ਤੋਂ ਔਥੈਂਟਿਸਾਈਜ਼ ਕਰਾਉਣ ਆਉਂਦੇ ਸੀ ਕਿ ਗੁਰੂ ਸਾਹਿਬ ਇਹ ਠੀਕ ਹੈ, ਫਿਰ ਗੁਰੂ ਸਾਹਿਬ ਉਹਦੇ ਅੱਗੇ ਆਪਣੇ ਹਸਤਾਖਰ ਕਰਦੇ ਸੀ। ਬਿਲਕੁਲ ਜਪ ਲਿਖ ਕੇ, ਜਪ ਪੱਪੇ ਨੂੰ ਔਂਕੜ 2 ਡੰਡੀਆਂ ਪਹਿਲੇ 2 ਡੰਡੀਆਂ ਬਾਅਦ ਜਿਵੇਂ ਲਿਖਿਆ, ਉਹਦੇ ਥੱਲੇ ਗੁਰੂ ਰਾਮਦਾਸ ਜੀ ਦੇ ਹਸਤਾਖਰ ਹੁੰਦੇ ਸੀ, ਸਿਗਨੇਚਰ ਹੁੰਦੇ ਸੀ। ਹੌਲੀ ਹੌਲੀ ਕਰਦਿਆਂ ਗੁਰੂ ਰਾਮਦਾਸ ਜੀ ਤੋਂ ਬਾਅਦ ਜਦ ਉਹ ਜਪ ਤੁਰਨੇ ਸ਼ੁਰੂ ਹੋਏ, ਹੁਣ ਗੁਰੂ ਰਾਮਦਾਸ ਜੀ ਤੇ ਸਿਗਨੇਚਰ ਕੋਈ ਕਰ ਨਹੀਂ ਸਕਦਾ। ਸਿੱਖਾਂ ਨੇ ਇਹ ਲਿਖ ਲਿਆ ਜਪ ਸ੍ਰੀ ਗੁਰੂ ਰਾਮਦਾਸ ਜੀ ਕਾ ਨਿਸ਼ਾਨ। ਇੱਥੋਂ ਇਹ ਪੁਰਾਤਨ ਹਜੇ ਵੀ ਸਾਡੇ ਕੋਲ ਲਿਖਤਾਂ ਮਿਲਦੀਆਂ ਨੇ ਜਿੱਥੇ ਜਪ ਦੇ ਅੱਗੇ ਲਿਖਿਆ ਹੋਇਆ ਹੈ ਸ੍ਰੀ ਗੁਰੂ ਰਾਮਦਾਸ ਜੀ ਕਾ ਨਿਸ਼ਾਨ। ਹੁਣ ਕਈ ਜਪ ਮਿਲਦੇ ਨੇ ਗੁਰੂ ਅਰਜਨ ਸਾਹਿਬ ਜੀ ਦੇ ਨਿਸ਼ਾਨ ਵੀ। ਜਪ ਮਹੱਲਾ ਪਹਿਲਾ ਹਸਤਾਖਰ ਲਿਖਿਆ ਮਹੱਲਾ 5ਵਾਂ ਕੇ। ਕਈਆਂ ਦੇ ਵਿੱਚ ਇਹ ਲਿਖਿਆ ਕਿ ਜਪ ਨਿਸ਼ਾਨ ਮਹੱਲਾ 4 ਕੇ ਹਸਤਾਖਰ। ਹੁਣ ਇਹ ਹੌਲੀ ਹੌਲੀ ਲਫ਼ਜ਼ ਅੱਗੇ ਚੱਲਦਾ ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਮਹੱਲਾ 5ਵਾਂ ਨਿਸ਼ਾਨ ਹਟ ਗਿਆ, ਸਿਗਨੇਚਰ ਹਟ ਗਿਆ, ਇਹ ਪ੍ਰਚਲਿਤ ਹੋ ਗਿਆ ਜਪ ਨਿਸ਼ਾਨ ਦੇ ਰੂਪ ਵਿੱਚ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿੰਨੀ ਬੀੜਾਂ ਲਿਖੀਆਂ ਗਈਆਂ ਨੇ ਉਹਨਾਂ ਸਾਰਿਆਂ ਅੱਗੇ ਜਪ ਨਿਸ਼ਾਨ ਮਿਲੇਗਾ। ਪਰ ਜਦ ਫਿਰ ਅੱਗੇ ਜਾ ਕੇ ਡਿਜੀਟਲਾਈਜ਼ ਹੋਇਆ, ਸਤਿਕਾਰ ਵਜੋਂ ਸਿੱਖਾਂ ਨੇ ਜਪਜੀ ਸਾਹਿਬ ਲਿਖਿਆ। ਹਾਂ, ਇਹ ਵਿਸਥਾਰ ਰੂਪ ਹੈ। ਕੁਝ ਕੁ ਅਨੁਭਵ ਵਿੱਚੋਂ ਕੁਝ ਦਰਸ਼ਨ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਤੋਂ। ਸੋ ਦਾਸ ਦਾ ਇਹ ਫੁਰਨਾ ਹੈ ਕਿ ਥੋੜ੍ਹੀ ਚੀਜ਼ਾਂ ਇਤਿਹਾਸਕ ਆਪ ਜੀ ਨੂੰ ਪਤਾ ਹੋਣ। ਇਹ ਜਪ ਬਾਣੀ ਦਾ ਨਾਮ ਇੱਥੋਂ ਸ਼ੁਰੂ ਹੈ ਜੀ, ਇਹ ਬਾਣੀ ਦਾ ਨਾਮ ਹੈ। ਪਰ ਇਹ ਇਕੱਲਾ ਨਾਮ ਨਹੀਂ, ਇਹ ਹਰ ਇੱਕ ਸਿੱਖ ਦੇ ਜੀਵਨ ਦੀ ਜਾਂਚ ਹੈ।
गुरु ग्रंथ साहब की आरंभता ही जिहड़ी होंदी है वो जप तो होंदी है। सिख का जीवन गुरु नानक साहब लई आरंभ होता है तो वो जप तो होंदा है। सुनो एक होर गाथा, तुसी जद मेहरबान वाली जन्म साखी पढ़ोगे, पोथी हरजी की मेहरबान वाली जन्म साखी विच लिखिया है, पुरखा जे जप नहीं पढ़िया तो मेरे पासों दर्शन लैवना आवसी। ये गुरु नानक साहब का बचन है। गुरु नानक साहब के लिए जन्म साखी मेहरबान की जिक्र है कि जे सिख जप पढ़ के गुरु कोल नहीं आता फिर वो ना आए। जप किड्डी वड्डी बख्शिश है। मेहरबान जन्म साखी हर जी, पुरखा जे जप ना जपे मेरे पास दर्शन ना आवसी। हाँ, अकाल परमेश्वर पुरख जी की दरगाह दे विच जे जपे है तो फिर गुरु नाल है। ये जन्म साखी च जिक्र है। जप की प्रौढ़ता तो महानता इन्नी वड्डी है जिन्हों असी अणगोले बैठे हाँ। इस करके कवि संतोख सिंह ने कहा सी कि सिख सिख तां कहाए जद वो जपजी साहब कंठ करे तो जपजी साहब का नेम निभाए। आखो जी सतनाम श्री वाहिगुरु। आद सच, वो आद तो सच है, शुरुआत तो सच है। फिर अगे गुरु नानक साहब ने जुगाद भी लिखता ताकि भुलेखा ना रहे, कोई ये ना समझे कि सृष्टि बनी है तो शायद तां तो सच है। नहीं, जुगाद का मतलब कि जद जुग भी नहीं शुरू होए सी उस तो पहला भी आद समझो। कि कोई समझे जुग भाव समा शुरू होया तो तां तो सच है, जद समा भी नहीं होंद च आया सी वो तां दा आद है। इस करके जुगाद लाता कि जुगां तो भी पहला दा। तो फिर इस नूं समझो आद और संपूर्णता, जुगाद और संपूर्णता दे विच फर्क है। हुण समीपण ते संपूर्ण का मतलब होंदा कि सदा ही, पर नहीं, समय दे समाप्त होने तक, समाप्त होने तो बाद नहीं, समय दे शुरू होने तो भी पहला वो सच सी, समय दे समापन होने तो बाद भी वो सच रहेगा। आद सच, जुगाद सच है भी सच। ये एक वचन ही चल रहा, चच्चे नूं औंकड़ चल रहा। वो पार ब्रह्म परमेश्वर वही सच है। नानक ते कक्का मुक्ता है, विश्राम ला के पढ़ना है। नानक होसी भी सच, वही सच होने वाला है जी। सोचै सोच न होवई जे सोची लख वार, चुपै चुप न होवई जे लाए रहा लेवतार। कुछ कु गल्लां जिहड़ियां रह रही ना बिच, वो अगे जाके दास साहब जी दे नाल कर लेगा। वो मेरे चिंतन विच ही ने, वो अंदर ही रहणगियां। सतगुर किरपा करे, क्योंकि हुण अगाह नूं असीं वधीए। जरूर तुसीं पोथी साहब रखी है, उहदा भी सत्कार असीं करना है। सोचा है हुण सोच दे जिहड़े संप्रदाई टीकिया दे अर्थ पढ़ोगे तो वो सोचणी नाल कर रहा है, पर असीं ये सारा पदा पढ़ लीए फिर समझांगे कि इस सोचा दे अर्थ सुचमता दे नाल ही क्यों कीते ने। क्यों नहीं कि इस सोचा दे अर्थ गुरु साहब ने सोचणी नाल कीते नहीं कीते। सोचना नहीं कि बंदा बैठा है सोची जा रहा, अगे आके कोई उन्होंने कहे सोचा सोचना हो, नहीं, ये सोचने नाल नहीं। हाँ, गुरमत तो परां दे जिहड़े विद्वान ने उन्होंने जे तुसीं टीके पढ़ोगे, उन्होंने ज़्यादातर सोचा दे अर्थ थिंकिंग नाल ही कीते ने। ओशो रजनीश नूं पढ़ के तुसीं कन्फ्यूज़ हो जाओगे, उन्हें सोचा दे अर्थ सोचनी नाल कीते ने। पर गुरमत दे दायरे विच रिहां समझ आएगा कि ये सोचा दा मतलब सोच क्यों है। सोच दा मतलब सुचमता। सोचा है सोच ना हो वही, सुचमता नहीं होंदी। चच्चे नूं सिहारी है, इस्त्री लिंग है, इस्त्री वाचक है। सुचमता नहीं होंदी, ये नहीं कहते कि सुचा नहीं सुचमता नहीं होंदा। सुचमता दा इस्त्री लिंग ही बनता, सुचमता नहीं होंदी। इस करके सच्चे चच्चे नूं सिहारी है, इस्त्री वाचक है, सिहारी इत्थे संकेत। सोचा सोचना हो वही, पिंडे नूं धोण दे नाल मन सुच्चा नहीं होंदा। जे सोची लख वार अनुनासिक धुनी नाल भी पढ़ सकते हो। जे सोची भाई साहब बिल्कुल उच्चारण स्पष्ट करके दस रहे ने। जे सोची लख वार, जे लखां वारी तू पिंडे की सुचमता कर लें कि तीरथ जाऊँ तो हाँ करते, पंडित पूछो तो माया राते, जां जल के मज्जन जे गत होवे नित नित मेडक नहावै। इस करके ये नहीं होंदा। चुपै चुप ना हो वही, जे तू चुप रहा सैकड़े साल चुप रहा, तेरे मन नूं फिर भी शांति नहीं मिलनी। जे लाए रहा लिवतार, जुबान नूं चुप करके तू होर मंडलों दे विच चुप हो के बैठा,
कि तू दुनिया नूं दिखा रहा कि मेरी लिव रब दे नाम दे विच जुड़ी हुई है। उहदी तार तार कहंदे एक रस एक रूप, तार कहंदे जिहड़ी सदा ही निरंतर चल रही है। तू उहदे विच एक एक अखर देखियो, लिव लाए रहा लिव तार, मतलब इक्को रस दे विच कोई बंदा कहे मैं चुप हाँ तो चुप हाँ, बस चुप हाँ तो चुप हाँ। गुरु गोबिंद सिंह की साखी भी तो आती है। एक आया जी मोनी कई सालों का, कहते महाराज किन्ने साल, कहते 20 साल हो गए तो 5 साल रह गए ने, 25 साल मौन धारना है। महाराज कहते फिर तो बड़ा वड्डा मोनी है, करो सेवा। एक दिन भाई दयाला जी ने कहा कि जाओ जी सेवा करो। हुण कहते जी करते हैं, की सेवा करी जी, फलाना चकाओ, ढिंकड़ा चकाओ, पूड़े चकाओ, पूड़ियाँ सब कुछ, खीर गर्म तत्ता मिठा सब चकाओ। अगले घर गए, उन्हें गर्म पानी अगे रखा, पी तो सौ जाओ। कहता औखा होए, उन्हें फिर फुलके ते लूण पा के सरफा करके देता, खा तो सौ जा। अगला दिन फिर होया, भाई धर्म सिंह 5 प्यारियां विचों, उन्होंने कहा जी अज इन्हों की सेवा तुसां ने करनी है, अज उचेचा इहो जिहा बनाओ कि बाकी इन्हों स्वाद आ जाए, बड़ा जप तप है। 2 दिन उन्होंने भी अगला सरफा करके खिलाता। तीजे दिन बस फिर जब गुरु साहब ने तीजे नूं आवाज़ मारी, भाई 2 दिन बड़ी सेवा की है, हुण जो ये लिख के देणगे ना वही बना दी गुरु के सिखा। वो लिखण दी दूर ते परां छड्डो, कहंदे महाराज ये झूठे ने, तुहाडे सिख नहीं, तुसी दरबार च जो कहंदे हो ते वो जाके कुछ होर ही करदे आ, आ सरदल टपदे आ ते कुछ होर ही होंदे आ। तुसी क्या पूड़े बना के खिलाओ ते सरफा रोटी ते फुलका, वो कहंदे तुसी क्या खीर खिलाओ, गर्म पानी तत्ता करके पिलाई जांदे आ। महाराज कहंदे जे ये झूठे ते तू किन्ना सच है, तेरा मौन बस 2 दिनां दा सी। इहनूं ही महाराज जी ने कहंदे कि मन की शांति दिखावे नाल नहीं होंदी। भुखियां भुख ना उतरी, जे बन्ना पुरियां भार, बन्ना पुरियां, बन्ना कहंदे आ कट्टे, बोरियां, बन बन लेना। ये वैसे साडा लफ्ज़ जिहड़ा सी ना बनना, किसी दी चीज़ नूं पंड नूं भी बनना कहिंदे सी कि ये बनना पिया है, जां किसी चीज़ नूं सीप के उहदे विच भावें तूड़ी पाई है जां कुछ, कट्टे दे कट्टे, बोरियां दी बोरियां, पंडां दियां पंडियां बन लो, पुरियां दा भार सारी चारों पुरियां खाणियां दा तुसी इकट्ठा कर लो। महाराज कहंदे भुख ते मन दी है, ये बाहरों नहीं उतरनी जी। भुखियां भुख ना होवे, भुखिया भुख ना उतरी, जे बन्ना पुरियां भार, सहस सियाणपा लख होए, तां एक ना चले नाल। सहस हज़ार, जे हज़ार ही सियाणपां, हज़ारां तो बाद लख हो जाण सियाणपां, होर सियाणप हो जाए बंदे, तो एक ना चलै नाल। हुण आओ जी थोड़ा जिहा पिछे वाचीए। 4 चीज़ां हो गईयां, है मन दे नाल संबंधित, भावें वो सुचमता, भावें वो चुप रहना, भावें वो भुख बाहर दी ते अंदर दी, ते भावें वो दुनिया दे पदार्थ। इस करके ये सोचा सोचने वाला नहीं है, क्योंकि ये 4 संप्रदावां गुरु नानक साहब तो पहलां ते वेले गुरु साहब दे चल रही सन। एक ते तीर्थां इशनान वालियां कि नावण चले तीर्थी मन खोटे तन चोर, जां ये कि मन कामना तीर्थ जाए बसियो, सिर कर वत धराए, मन की मैल ना उतरै इन बिद, जे लख जतन कराए। ये भी नहीं। इस करके ये हाँ, गुरु अर्जुन साहब का तुसी सुखमनी साहब देखो, दोनों अर्थ आए ने। थिंकिंग वास्ते भी आया है सोच, और सोच लफ्ज़ सुचमता ले भी आया है। ये जिक्र गुरु अर्जुन साहब जी के सुखमनी साहब से दोनों, काहे सोच करै रे, वो थिंकिंग लई है जी। हाँ, वो थिंकिंग लई है, वो पिंडे की सुचमता नहीं है। हाँ, एक बारी होर गुरु अर्जुन साहब जी ने ये जिक्र किया है कि जे बार बार तू सुचमता करे तो तू ये बार बार की हुई सुचमता ये पिंडे नूं साफ नहीं कर सकती। और इस करके इत्थे जिहड़ा सोचा है वो सुचमता लई है। सोचा है, सोचना हो गई, मन दियां 4 अवस्थावां ने। पहली अवस्था है तन नूं धोण नाल मन फिर मैला है। दूसरी अवस्था है तन चुप है जुबान करके मन दे अंदर शोर शराबा मचिया होया, शांति नहीं है। तीसरी अवस्था है वर्त तू रख लेने ढिड नूं भुखा रख के, पर तेरी मन की भुख फिर भी नहीं लथी, अंदर फिर मन हलकिया होया कुत्ते की तरह।
ਭਾਵੇਂ ਸੰਸਾਰ ਦੀਆਂ ਸਾਰੀ ਪਦਾਰਥਾਂ ਨੂੰ ਤੂੰ ਇਕੱਠਾ ਕਰਕੇ, ਇਹ ਭੁਲੇਖਾ ਹੈ, ਇਹ ਵੀ ਮਿਲ ਜਾਏ ਤੇ ਮੈਂ ਸੁਖੀ ਹੋ ਜਾਵਾਂਗਾ, ਇਹ ਵੀ ਮਿਲ ਜਾਏ ਮਨ ਸ਼ਾਂਤ ਹੋ ਜਾਏਗਾ। ਫਿਰ ਹਜ਼ਾਰਾਂ ਸਿਆਣਪਾਂ ਤੇ ਲੱਖਾਂ ਵੀ ਇਕੱਠੀਆਂ ਕੀਤੀਆਂ ਤਾਂ ਵੀ ਮਨ ਦੇ ਨਾਲ ਇੱਕ ਵਾਹਿਗੁਰੂ ਜੀ ਦਾ ਚਿੰਤਨ ਨਹੀਂ ਚੱਲਿਆ, ਬਾਕੀ ਸਾਰਾ ਕੁਝ ਹੀ ਚੱਲੀ ਗਿਆ। ਇਹਨੂੰ ਹੀ ਕਿਹਾ ਸਹਜ ਸਿਆਣਪਾਂ ਲੱਖ ਹੋਏ, ਨਹੀਂ ਪੜਨਾ ਹੋਏ ਤਾਂ ਇੱਕ ਨਾ ਚੱਲੈ ਨਾਲ। ਇੱਕ ਜਿਹੜੀ ਸਿਆਣਪ ਸੀ ਕਿਹੜੀ ਸੀ? ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰਨਾ, ਉਹ ਵਿਸਰਿਆ ਰਿਹਾ। ਬਾਕੀ ਸਿਆਣਪਾਂ ਇਕੱਠੀ ਕਰਕੇ ਹੋਰ ਸਾਰਾ ਕੁਝ ਚੇਤੇ ਰਿਹਾ। ਜਿਹਨੂੰ ਕਿਤੇ ਕਾਮਣ ਦੇ ਕਾਮ ਲੁਭਾਇਆ, ਸੁਤ ਕੰਚਨ ਸੋ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਭਰਾਇਆ। ਹਾਂਜੀ ਅੱਗੇ ਸਰਵਣ ਕਰੋ ਜੀ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਇਹ ਪ੍ਰਸ਼ਨ ਖੜਾ ਕਰ ਦਿੱਤਾ ਮਹਾਰਾਜ ਜੀ ਨੇ, ਦੱਸ ਦਿੱਤਾ ਨਾ ਪਿੰਡੇ ਨੂੰ ਸਾਫ਼ ਕਰਨ ਨਾਲ ਮਨ ਫਿਰ ਮੈਲਾ ਹੈ, ਨਾ ਭੁੱਖਿਆਂ ਰਹਿਣ ਨਾਲ, ਨਾ ਮੌਨ ਧਾਰਨ ਕਰਨ ਨਾਲ, ਚੁੱਪ ਹੋਣ ਨਾਲ, ਤੇ ਨਾ ਸਿਆਣਪਾਂ ਇਕੱਠੀਆਂ ਕਰਨ ਨਾਲ। ਫਿਰ ਕਿਵੇਂ ਹੋਇਆ ਜਾਏ? ਕਿ ਸਚਿਆਰਾ ਹੋਈ ਹੈ। ਕਿਸ ਤਰ੍ਹਾਂ ਸਚਿਆਰੇ ਹੋਈਏ? ਸੱਚ ਦਾ ਮੁਜਸਮਾ ਸਚਿਆਰਾ ਕਹਿੰਦੇ ਆ, ਜਿਹਦੇ ਵਿੱਚ ਸੱਚ ਭਰ ਜਾਏ, ਜਿਹਦੇ ਅੰਦਰ ਝੂਠ ਨਾ ਹੋਏ। ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ, ਕਿ ਉਹਦੇ ਜੀਵਨ ਦਾ ਸੱਚ ਆਚਾਰ ਹੀ ਜੀਵਨ ਦੀ ਜਾਚ ਹੋਏ। ਇਹ ਸਚਿਆਰਾ ਕਿਵੇਂ ਹੋਇਆ ਜਾਏ? ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਪਾਲ ਕਹਿੰਦੇ ਕੰਧ, ਪਰਦਾ। ਤੇਰੇ ਵਿੱਚ ਤੇ ਰੱਬ ਦੇ ਵਿੱਚ ਇੱਕ ਕੰਧ ਬਣੀ ਹੋਈ ਹੈ, ਤੇਰੇ ਝੂਠ ਦੀ, ਤੇਰੀ ਹਉਮੈ ਦੀ, ਤੇਰੀ ਫਰੇਬੀਆਂ ਦੀ, ਕਿ ਮੈਂ ਇਹ ਕਰਦਾ, ਮੈਂ ਇਹ ਕਰਦਾ, ਮੈਂ ਇਵੇਂ ਕੀਤਾ, ਮੈਂ ਇਵੇਂ ਕੀਤਾ। ਇੱਕ ਪਾਲ ਬਣੀ ਹੋਈ ਹੈ, ਤਾਈਓ ਤੇਰੇ ਵਿੱਚ ਤੇ ਉਹਦੇ ਵਿੱਚ ਫਰਕ ਰਹਿ ਗਿਆ। ਬਿਲਕੁਲ ਈਧੈ ਨਿਰਗੁਣ ਉਧੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ, ਉਹ ਤੇ ਗਵਾਚ ਗਿਆ। ਸਰਗੁਣ ਨਿਰਗੁਣ ਦੇ ਵਿੱਚ ਤੂੰ ਗਵਾਚਿਆ ਰਿਹਾ। ਕਦੀ ਤੂੰ ਨਿਰਗੁਣ ਦੀ ਭਗਤੀ ਸ਼ੁਰੂ ਕਰ ਦਿੰਦਾ ਤੇ ਕਦੀ ਸਰਗੁਣ ਤੀਰਥਾਂ ਦੇ ਵੱਲ, ਵਰਤਾਂ ਵੱਲ, ਪੂਜਾ ਵੱਲ, ਇਸ਼ਟ ਨੂੰ ਮਨਾਉਣ ਵੱਲ। ਪਰ ਉਹ ਜਿਹੜਾ ਕੇਲ ਕਰਦਾ ਸੀ ਉਹ ਤੇ ਗਵਾਚ ਗਿਆ, ਉਹਦੇ ਵਿੱਚ ਤੇ ਤੇਰੇ ਮਨ ਵਿੱਚ ਪਰਦਾ ਰਹਿ ਗਿਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਕੰਧ ਕਿਵੇਂ ਟੁੱਟੇ? ਨਾਲ ਹੀ ਉੱਤਰ ਦਿੱਤਾ ਹੁਕਮ ਰਜ਼ਾਈ ਚੱਲਣਾ। ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ, ਹੁਕਮ ਤੇ ਰਜ਼ਾ ਦੇ ਵਿੱਚ ਫਰਕ ਕੀ ਹੈ? ਹਾਂ, ਹੁਕਮ ਤੇ ਰਜ਼ਾ ਵਿੱਚ ਫਰਕ ਹੈ। ਹੁਕਮ ਦਾ ਜਿਹੜਾ ਮੂਲ ਭਾਵ ਅਰਬੀ ਹੈ, ਰਜ਼ਾ ਦਾ ਮੂਲ ਭਾਵ ਫਾਰਸੀ ਹੈ। ਇਹ ਲਫ਼ਜ਼ ਹੀ ਵੱਖਰੀ ਵੱਖਰੀ ਭਾਸ਼ਾਵਾਂ ਦੇ ਨੇ, ਭਾਖਾ ਹੀ ਵੱਖਰੀ ਹੈ। ਹੁਕਮ ਲਫ਼ਜ਼ ਆਇਆ ਅਰਬੀ ਦਾ, ਰਜ਼ਾ ਲਫ਼ਜ਼ ਹੈ ਫਾਰਸੀ ਦਾ। ਹੁਕਮ ਦਾ ਮਤਲਬ ਹੈ ਜਿਹੜਾ ਵਰਤ ਰਿਹਾ ਹੈ, ਰਜ਼ਾ ਦਾ ਮਤਲਬ ਉਹ ਵੀ ਵਰਤ ਰਿਹਾ ਨਹੀਂ। ਉਹਦੇ ਵਰਤੇ ਹੋਏ ਹੁਕਮ ਨੂੰ ਐਂ ਹੱਥ ਜੋੜ ਕੇ, ਐਂ ਤਲੀਆਂ ਰੱਖ ਕੇ, ਖੇੜੇ ਮੱਥੇ ਕਬੂਲ ਕਰਕੇ ਝੋਲੀ ਪਵਾ ਲੈਣਾ, ਉਹਨੂੰ ਰਜ਼ਾ ਆਖਿਆ। ਹੁਕਮ ਦਾ ਮਤਲਬ ਤੇ ਰਜ਼ਾ ਦਾ ਮਤਲਬ ਹੋਰ ਹੈ। ਹੁਕਮ ਵਰਤ ਰਿਹਾ, ਪਰ ਜਿਹੜਾ ਸਿੱਖ ਉਹਦੇ ਹੁਕਮ ਨੂੰ ਕਬੂਲ ਕਰ ਲੇ ਕਿ ਹਾਂ ਮੈਂ ਮੰਨ ਲਿਆ, ਉਹਨੂੰ ਰਜ਼ਾਈ ਆਖਿਆ। ਰਜ਼ਾ ਹੁਕਮ ਦੇ ਵਿੱਚ ਤੁਰਨ ਵਾਲਾ ਹੀ ਹੁੰਦਾ, ਕਿ ਜਿਹੜਾ ਉਹਦੇ ਹੁਕਮ ਨੂੰ ਮੰਨ ਕੇ ਕਬੂਲ ਕਰ ਲੇ ਤੇ ਫਿਰ ਤੁਰ ਪਏ ਉਸੀ ਰਸਤੇ, ਕਿ ਜਿਸ ਰਸਤੇ ਗੁਰੂ ਤੋਰ ਰਿਹਾ, ਕਿ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚੈ, ਜੇ ਕਰ ਸਕੀਐ ਆਪਣਾ ਕੀਤਾ ਕਛੂ ਨਾ ਹੋਵੈ, ਜਿਉਂ ਹਰ ਭਾਵੈ ਤਿਉਂ ਰੱਖੀ। ਇਹਨੂੰ ਰਜ਼ਾ ਆਖਿਆ। ਕੁਝ ਸ਼ਬਦ ਹੁਕਮ ਦੇ ਨੇ, ਭੈ ਵਿੱਚ ਪਵਨ ਵਹੈ ਸਦਵਾਓ, ਇਹ ਹੁਕਮ ਦੇ ਸ਼ਬਦ ਨੇ। ਕੁਝ ਸ਼ਬਦ ਰਜ਼ਾਈ ਦੇ ਹੈਗੇ, ਇਹ ਸ਼ਬਦ ਰਜ਼ਾਈ ਦੇ ਹੈ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਇਹ ਰਜ਼ਾ ਮੰਨ ਲਈ ਤੇ ਪ੍ਰੀਤ ਨਿਭ ਗਈ। ਜੀਵਤ ਸਾਹਿਬ ਸੇਵਿਓ ਆਪਣਾ ਚਲਤੈ ਰਾਖਿਓ ਚੀਤ, ਇਹ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ, ਇਹ ਰਜ਼ਾ ਦੇ ਸ਼ਬਦ ਨੇ ਕਿ ਉਹਦੇ ਹੁਕਮ ਨੂੰ ਕਬੂਲ ਕਰਨਾ ਰਜ਼ਾ ਹੈ। ਖੇੜੇ ਮੱਥੇ ਕਬੂਲ ਕਰਨਾ, ਹੁਕਮ ਰਜ਼ਾਈ ਚੱਲਣਾ। ਉਹਦਾ ਹੁਕਮ ਤੇ ਵਰਤ ਰਿਹਾ ਸਾਰੇ ਪਾਸੇ, ਸਾਰਾ ਹੀ ਉਹਦਾ ਹੁਕਮ ਹੈ। ਜਿਨੇ ਕਬੂਲ ਕਰਕੇ ਉਹਦੇ ਹੁਕਮ ਅਨੁਸਾਰ ਆਪਣੀ ਜੀਵਨ ਦੀ ਤੋਰ ਬਣਾਤੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ। ਤੇ ਮਹਾਰਾਜ ਕਹਿੰਦੇ ਨਾਨਕ ਲਿਖਿਆ ਨਾਲ। ਬਸ ਫਿਰ ਉਹਦੇ ਨਾਲ ਇਹ ਹੁਕਮ ਜਿਹੜਾ ਹੈ ਭਾਵ ਕਿ ਸਮਝ ਆ ਜਾਏਗੀ ਕਿ ਜੋ ਕੁਛ ਵਰਤ ਰਿਹਾ ਨਾ ਉਹ ਲਿਖਿਆ ਹੋਇਆ ਹੀ ਵਰਤ ਰਿਹਾ। ਜੋ ਕੁਛ ਵਰਤ ਰਿਹਾ ਕਿ ਜੋ ਕੁਛ ਮਿਲ ਰਿਹਾ ਸਾਰਾ ਕੁਛ ਵੂੜੀ ਕਲਾਮ ਇੱਕੋ ਕਲਮ ਦੇ ਨਾਲ ਲਿਖਿਆ
ਉਹੀ ਮੇਰੇ ਨਾਲ ਭਾਵ ਮੇਰੇ ਸਿਰ ਦੇ ਉੱਤੇ ਕੁਝ ਵਰਤਾਉਣ ਵਾਲਾ ਹੈ ਤੇ ਉਸ ਕਰਤਾਰ ਦਾ ਹੁਕਮ ਹੈ। ਖਿੜੇ ਮੱਥੇ ਮੰਨ ਲਾਂਗਾ, ਮੇਰੇ ਜੀਵਨ ਦੇ ਵਿੱਚ ਆਨੰਦ ਹੈ। ਨਹੀਂ ਮੰਨ ਕੇ ਵਿਰੋਧ ਕਰਾਂਗਾ, ਉਹਦਾ ਕੁਝ ਨਹੀਂ ਘਟਣਾ ਤੇ ਮੇਰਾ ਕੱਖ ਵੀ ਨਹੀਂ ਰਹਿਣਾ। ਐਵੇਂ ਘੁਰਾਂਗਾ ਝੁਰਾਂਗਾ, ਕਚੀਚੀਆਂ ਵੱਡਾਂਗਾ। ਸਟਰਗਲ ਨਹੀਂ ਹੈ ਇੱਥੇ, ਯਤਨ ਨਹੀਂ ਹੈ, ਸਮਰਪਣ ਹੈ ਜੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਣ ਸਿਹਾਰੀ ਦੇ ਦੋ ਅਰਥ ਨੇ ਹਜੇ ਤੱਕ। ਇੱਕ ਤੇ ਅਸੀਂ ਇਸਤਰੀ ਲਿੰਗ ਪੜ੍ਹ ਕੇ ਆਏ ਹਾਂ ਜਿਹਨੂੰ ਫੈਮੀਨਾਈਨ ਕਹਿੰਦੇ ਆ। ਇੱਕ ਸਿਹਾਰੀ ਦੇ ਅਰਥ ਹੋਣਗੇ ਹੁਕਮ ਨੂੰ, ਹੁਕਮ ਵਿੱਚ, ਹੁਕਮ ਨਾਲ ਤੇ ਹੁਕਮ ਤੋਂ। ਜਿੱਥੇ ਹੁਕਮ ਦੇ ਸਿਹਾਰੀ ਨੂੰ, ਹੁਕਮ ਦੇ ਮਾਂ ਨੂੰ ਸਿਹਾਰੀ ਆਏਗੀ, ਉਹਦੇ ਚਾਰ ਅਰਥ ਬਣਨਗੇ। ਪਰ ਇਹਦੇ ਵਿੱਚ ਕਿਹੜਾ ਹੈ ਉਹ ਤੁਹਾਨੂੰ ਸਮਝ ਆ ਜਾਏਗਾ। ਹੁਕਮੀ ਹੋਵਨ ਆਕਾਰ, ਆਕਾਰ ਨਹੀਂ ਪੜ੍ਹਨਾ। ਭਾਈ ਸਾਹਿਬ ਜੀ ਦਾ ਧੰਨਵਾਦ, ਪੂਰਾ ਐਮਫੈਸਿਸ ਕਰਕੇ ਭਾਈ ਸਾਹਿਬ ਜੀ ਨੇ ਆਕਾਰ ਪੜ੍ਹਾ ਕੇ, ਭਾਵੇਂ ਕਿ ਆਕਾਰ ਵੀ ਨਹੀਂ ਹੈ ਪਰ ਸਮਝਾਉਣ ਵਾਸਤੇ ਭਾਈ ਸਾਹਿਬ ਜੀ ਨੇ ਆਕਾਰ ਪੜ੍ਹਿਆ। ਆਕਾਰ ਹੀ ਪੜ੍ਹਨਾ ਹੈ। ਹੁਕਮੀ ਹੋਵਨ ਆਕਾਰ, ਆਕਾਰ ਪੜ੍ਹ ਜਾਂਦੇ ਹਾਂ ਅਸੀਂ, ਉਹ ਠੀਕ ਨਹੀਂ ਹੈ ਜੀ। ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ। ਭੈ ਵਿੱਚ ਪੌਣ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ। ਇਹ ਸਾਰਾ ਕੁਝ ਭੈ ਦੇ ਵਿੱਚ ਹੈ। ਵਾਹਿਗੁਰੂ ਮਹਾਰਾਜ ਜੀ ਕਹਿੰਦੇ ਹੁਕਮ ਨਾ ਕਹਿਆ ਜਾਏ। ਹੁਕਮ ਦੇ ਮਾਂ ਨੂੰ ਔਂਕੜ ਹੈ। ਇੱਕ ਵਚਨ ਵਾਹਿਗੁਰੂ ਜੀ ਦਾ, ਬਹੁਤ ਸਾਰੇ ਹੁਕਮ ਨਹੀਂ ਹੈ, ਇੱਕੋ ਹੀ ਹੁਕਮ ਹੈ। ਕਿਹੜਾ? ਕੀਤਾ ਪਸਾਓ ਏਕੋ ਕਵਾਓ। ਉਸ ਤੋਂ ਹੀ ਸਾਰਾ ਕੁਝ ਬਣਿਆ। ਉਹਨੇ ਬਹੁਤੇ ਹੁਕਮ ਵਾਰੀ ਵਾਰੀ ਨਹੀਂ ਕਰਨੇ, ਇਹ ਵੀ ਕਰ ਲੈ, ਇਹ ਵੀ ਕਰ ਲੈ, ਇਹ ਵੀ ਹੋ ਜਾਏ, ਇਹ ਵੀ ਨਾ। ਇੱਥੇ ਹੁਕਮ ਦੇ ਮਾਂ ਨੂੰ ਔਂਕੜ ਦਾ ਮਤਲਬ ਇੱਕੋ ਹੀ ਕਵਾਓ ਕੀਤਾ, ਬਸ ਕੁਨ, ਬਸ ਹੋ ਗਿਆ ਇੱਕੋ ਵਾਰੀ, ਬਸ ਫੁਰਨਾ ਲਿਆ ਤੇ ਹੋ ਗਿਆ। ਐਡੀ ਉਹਦੀ ਤਾਕਤ ਹੈ। ਤੇ ਵਿਨਾਸ਼ ਵੀ ਐ ਨਹੀਂ ਹੋਣਾ ਪਹਿਲਾਂ ਇਹ ਕਰ ਦੇਣਾ ਫਿਰ ਇਹ ਕਰ ਦੇਣਾ, ਫਿਰ ਵਿਨਾਸ਼ ਵੀ ਫਿਰ ਇਵੇਂ ਹੋਣਾ ਇੱਕੋ ਹੀ ਫੁਰਨੇ ਤੇ, ਸਭ ਸਮੇਟਿਆ ਜਾਣਾ। ਇਹਨੂੰ ਸਹਿ ਭੰਗ ਕਿਹਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਉਸ ਇੱਕ ਕਰਤੇ ਦਾ ਇੱਕ ਕੀਤਾ ਹੋਇਆ ਹੁਕਮ ਮਾਂ ਨੂੰ ਔਂਕੜ ਹੈ। ਕੋਈ ਬਿਆਨ ਨਹੀਂ ਕਰ ਸਕਦਾ, ਕਿਸੇ ਨੇ ਬਿਆਨ ਨਹੀਂ ਕੀਤਾ। ਅੱਗੇ ਪੜ੍ਹਾਂਗੇ, ਇਸ ਕਰਕੇ ਇਹਨੂੰ ਪੌੜੀਆਂ ਕਹਿੰਦੇ ਆ। ਇੱਥੇ ਗੱਲ ਕੀਤੀ ਤੇ ਅੱਗੇ ਜਾ ਕੇ ਪਹੁੰਚਾਂਗੇ ਤੇ ਫਿਰ ਪਤਾ ਲੱਗੇਗਾ ਕਿ ਵੇਲ ਨਾ ਪਾਈਆ ਪੰਡਤੀ ਜੇ, ਇਹਦੇ ਵਕਤ ਨਾ ਪਾਇਓ ਕਾਦੀਆਂ। ਦੋਨੋਂ ਚੀਜ਼ਾਂ ਆ ਗਈਆਂ, ਹੁਕਮ ਦੀਆਂ ਨੇ ਨਾ, ਕਿ ਪੰਡਤਾਂ ਨੂੰ ਵੀ ਨਹੀਂ ਮਿਲ ਸਕਿਆ ਤੇ ਕਾਦੀਆਂ ਨੂੰ ਵੀ ਨਹੀਂ ਮਿਲ ਸਕਿਆ ਕਿ ਕਿਵੇਂ ਬਣਿਆ, ਆਕਾਰ ਕਿਵੇਂ ਹੋਇਆ। ਇੱਥੇ ਆਕਾਰ ਦਾ ਜ਼ਿਕਰ ਕੀਤਾ ਪਰ ਅੱਗੇ ਜਾ ਕੇ ਸਤਿਗੁਰੂ ਜੀ ਦੱਸਣਗੇ ਕਿ ਕੋਈ ਵੀ ਨਹੀਂ ਦੱਸ ਸਕਿਆ, ਕਿ ਪੁਰਾਣ ਵੀ ਨਹੀਂ ਦੱਸ ਸਕੇ ਤੇ ਕੁਰਾਨ ਵੀ ਨਹੀਂ ਦੱਸ ਸਕੇ। ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ। ਕਿਹੜੇ ਕਿਹੜੇ ਜੀ? ਇੱਥੇ ਬੜੇ ਜੀ ਨੇ, ਅੱਗੇ ਜਾ ਕੇ ਜ਼ਿਕਰ ਆਏਗਾ ਜਦ ਅਸੀਂ ਖੰਡਾਂ ਤੱਕ ਪਹੁੰਚਾਂਗੇ ਕਿ ਕਿੰਨੇ ਕੁ ਸਾਰੇ ਜੀ ਨੇ। ਉਹਨਾਂ ਦੇ ਕਰਮਾਂ ਕਰਕੇ ਉਹਨਾਂ ਦੇ ਨਾਮ ਲਿਖੇ ਗਏ ਨੇ, ਰੱਖੇ ਗਏ ਨੇ। ਕਿਸੇ ਨੂੰ ਹਾਥੀ ਕੁੰਜਰ ਆਖਿਆ, ਕਿਸੇ ਨੂੰ ਚੀਟੀ ਆਖਿਆ, ਕਿਸੇ ਨੂੰ ਛੋਟਾ ਆਖਿਆ, ਕਿਸੇ ਨੂੰ ਵੱਡਾ ਆਖਿਆ। ਸਾਰੇ ਕਰਮਾਂ ਕਰਕੇ ਹੈ। ਤੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਹੁਕਮੀ ਹੋਵਨ ਜੀ। ਹੁਕਮ ਦੇ ਵਿੱਚ ਹੀ ਹੋਏ ਨੇ ਸਾਰੇ ਜੀਵ ਜੰਤ, ਹੁਕਮ ਦੇ ਵਿੱਚ ਹੀ, ਕਿਉਂਕਿ ਮਾਂ ਨੂੰ ਸਿਹਾਰੀ ਹੈ ਤੇ ਜਿੱਥੇ ਹੁਕਮ ਦੇ ਵਿੱਚ ਸਿਹਾਰੀ ਹੈ, ਇੱਥੇ ਹੁਕਮ ਦਾ ਮਤਲਬ ਹੁਕਮ ਦੇ ਵਿੱਚ ਹੀ। ਹੁਕਮ ਮਿਲੈ ਵਡਿਆਈ, ਤੇ ਹੁਕਮ ਵਿੱਚ ਰਹਿ ਕੇ ਹੀ ਜੀਆਂ ਨੂੰ ਵੱਖਰੀਆਂ ਵੱਖਰੀਆਂ ਵਡਿਆਈਆਂ ਮਿਲੀਆਂ ਨੇ। ਕਿਸੇ ਨੂੰ ਸਤਿਗੁਰੂ ਜੀ ਨੇ ਕੋਈ ਵਡਿਆਈ ਦਿੱਤੀ ਹੈ, ਕਿਸੇ ਨੂੰ ਕੋਈ ਵਡਿਆਈ ਦਿੱਤੀ ਹੈ ਜੀ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਕੋਈ ਕਿਸੇ ਨੂੰ ਮਹਾਰਾਜ ਕਹਿੰਦੇ ਦਾਵਾ ਨਹੀਂ ਹੈ ਕਹਿਣ ਦਾ ਕਿ ਕੋਈ ਚੰਗਾ ਤੇ ਕੋਈ ਮੰਦਾ। ਰੌਲਾ ਤੇ ਇਹੀ ਸੀ ਨਾ ਹਜ਼ਾਰਾਂ ਸਾਲਾਂ ਦਾ। ਸਾਰੀ ਗੱਲਾਂ ਛੱਡੋ, ਜਿਹੜਾ ਭਗਤ ਭਗਤੀ ਵੀ ਕਰ ਰਿਹਾ ਪਰ ਉਹ ਜੇ ਨੀਚ ਕੁਲ ਤੇ ਜਾਤ ਦਾ ਤੇ ਉਹਨੂੰ ਵੀ ਮਾੜਾ ਆਖਿਆ ਜਾਂਦਾ। ਢੋਰ ਨੀਤ ਆਖਿਆ ਰਵਿਦਾਸ ਜੀ ਨੂੰ। ਇਹ ਕਹਿੰਦੇ ਮੈਨੂੰ ਕਿਹਾ ਗਿਆ, ਮੈਂ ਹਾਂ ਨੀਚ ਜਾਤ ਕਿਹਾ, ਪਰ ਬਾਣੀ ਕਹਿੰਦੀ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਹੇ। ਉੱਤਮੀ ਉੱਤਮ ਨੀਚ ਦਾ ਮਤਲਬ ਕੀ ਹੈ? ਕਿ ਜਿਹੜੇ
कर्म माड़े करदा है, ਉਹਦੀ जात भी माड़ी है। खसम विसारह ते कमजात। ये हुण हुक्म का की मतलब है? हुक्म का यह मतलब है किसी को उत्तम बनाया तो किसी को नीच बनाया। ये जात करके नहीं, ये नाम करके नहीं, ये वर्ग करके नहीं, ये चमड़ी करके नहीं, ये ताकत करके नहीं, ये दिखते बाहर दे पसारे नौकर चाकर करके नहीं। उत्तम ते नीच का मतलब है किसी दे अंदर उत्तम गुण पाए तो किसी दे अंदर नीचता वाले गुण पाए। ये सारा कुछ उन्हें अपने हुक्म दे विच, ना को मूर्ख ना को सियाणा वरतै सब किछ तेरा पाना। तेरे हुक्म दे विच या हुक्मी उत्तम नीच। हुक्म मां नूं फिर सिहारी है, उहदे हुक्म दे विच ही हुक्म लिख दुख सुख पाईयां हैं। दुख ते सुख भी उहदे हुक्म विच ने। कोई ये नहीं कह सकता सदा ही सुख मिलने, तो कोई किसी लिए ये नहीं कह सकता कि रब वो सदा ही दुखी रहे। किसी दे कहे नहीं हो सकता। ये तो उहदे ही हुक्म दे विच लिखिया गया दुख ते सुख दी खेड़। दुख दा खखा मुक्ता है, सुख दा खखा मुक्ता है। दुखां ते सुखां, एक दुख सुख नहीं, बेअंत ही मुक्ता आ गया। बेअंत ही दुख सुख आप ही लिख के उन्हें साडे जीवन विच पा दिते ने जी। हुक्मे अंदर सब को, बाहर हुक्म न कोए। नानक हुक्मै जे बुझै, ताहौ मैं कह ना कोई। पिछली तुक एक ना हुक्मी बख्शीश। बख्शीश ये लफ्ज़ फारसी अरबी फारसी दा, अरबी दा मन्निया गया बख्शीश। इकना हुक्मी बख्शीश। इकना दा मतलब है कि उहदे हुक्म दे विच किसी एक नूं, कईयां एक नूं उहने अपने हुक्म दे विच बरकतां देतियां ते एक नूं भवाइयां धक्के मारे। ये कई कोट बैठत ही खाहे, कई कोट घाले थक पाहे। ये उहदी हुक्म दी क्रिया है। कईयां नूं उहने एक निहाली पै सवन, एक ऊपर रहन खड़े। ये भी उहदा हुक्म है। किसी नूं काड़ दिता है तो किसी नूं उहने मक्खन रूप दे विच कढ दिता है, किसी नूं किसी रूप दे विच। इक ना हुक्मी बख्शिश। इक ना कहंदे कईयां नूं अपने हुक्म विच उहने बख्शिश दे के नवाज दिता है। कहंदे एक दे कक्के नूं सिहारी है, एक कईयां नूं ही एक हुक्मी सदा भवाइयां है, सदा ही उन्हें भवाया है। हुक्म अंदर सब को, बाहर हुक्म ना कोई। इनू महाराज जी कहते समझो भाई, कोई ये नहीं ना कह सके कि भाई मैं तो जो कर रहा वो हुक्म विच ही हो रहा, दुख सुख भी वो। महाराज कहते हुण समझो इनू किवें हुक्म है अंदर सब को है तो बाहर हुक्म ना कोई दा की मतलब है। हुण इहदे दो अर्थ बनते हैं। एक तो बंदा विकारी है, विकार भोग के भी बंदा कहता है कि मैं की करा, मैनू रब विकार करा रहा है। ठीक है जी। एक बंदा विकारी है पर उहदे आले दुआले उहनूं समझाउण वाले भी ने, तो फिर भी जे वो कहे मैं विकारी हाँ, जे उहदे कोल यतन है समझण दा, इहदे दोनों पक्ष ने। पहला पक्ष लिओ, अकली साहिब सेवी है, अकली पाई है मान, अकली पढ़ के बुझिया, अकली कीचै दान। एक सोझी दिती महाराज जी ने अकल दी, समझण दी। दूसरा पदा कि ये मन के अंदर मैडक है, जिन्हों क्या ऐब तन चीकड़ो यह मन मीडको कमल की सार नहीं मूल पाई। भौर उस्ताद नित भाख्या बोले, नह बूझै जह नह बुझाई। ये पढ़ियो पदा कि भौर उस्ताद नित भाख्या बोले, क्यों बूझै जे नह बुझाई। महाराज कहते गुरु बोल बोल के दस रहा सुधर जा सुधर जा सुधर जा, सुनने वाला जे नहीं सुधर रहा फिर की करिए। फिर गुरु नानक साहब कहते जद वो सुधारना ही नहीं चाहता तो दुनिया में उन्होंने कोई सुधार नहीं सकता। ये दोनों पक्ष ने, ये दोनों पक्ष ने। और इस पक्ष को तां समझिया जा सकता है जद मन की हौमे नूं परां रखिया जाए। है एक तुक, पर ये इस तुक दे पिछे सदियां दा तप लुकिया होया है। सदियां दा तप, जिस तरह कल मैं सरसरी जी गल की, साडा एक कीता होया माड़ा बचन सदियां दा तप गर्क करके रख दिंदा है।
पर साड़ी कीती हुई एक चुप सदियां दे तप विचों पैदा होंदी है। एक चुप सदियां दे तप विचों, तप तो बाद पैदा होंदी है, और उही चुप एक मिनट दी साडे सारे जीवन नूं बदल के रख दिंदी है, एक निहाल बख्शीश वाली बना दिंदी है। ये जिहड़ी एक तुक है, ਇਹਦੇ ਪਿੱਛੇ गुरु नानक साहब ਦਾ सदियां ਦਾ तप है। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਤੇ ਇਹਦੇ ਨਾਲ ਪਾਰ ਬ੍ਰਹਮ ਪਰਮੇਸ਼ਵਰ ਦੀ ਬਖਸ਼ੀਸ਼ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭੁਆਈਆਂ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗੁਰੂ ਨਾਨਕ ਸਾਹਿਬ ਜੀ ਅਸੀਂ ਪੜ੍ਹ ਰਹੇ ਹਾਂ, ਕਥਾ ਕਰ ਰਹੇ ਹਾਂ, ਨਾ ਪੜ੍ਹਨ ਵਾਲਿਆਂ ਨੂੰ ਇਹਦੀ ਸੋਝੀ ਆਈ, ਨਾ ਕਥਾ ਕਰਨ ਵਾਲਿਆਂ ਨੂੰ ਇਹ ਸਮਝ ਆਇਆ। ਇਹ ਸਿਰਫ ਤੁਸੀਂ ਜਾਣ ਸਕਦੇ ਹੋ, ਤੁਹਾਡੇ ਤੇ ਨਜ਼ਰੇ ਇਨਾਇਤ ਹੋਈ ਕਰਤਾਰ ਦੀ, ਕਿ ਜਿਸ ਉੱਪਰ ਮੇਰੀ ਨਜ਼ਰ ਨਾਨਕ ਉਸ ਉੱਪਰ ਤੇਰੀ ਨਜ਼ਰ। ਮੈਂ ਪਾਰ ਬ੍ਰਹਮ ਪਰਮੇਸ਼ਵਰ ਗੁਰੂ ਨਾਨਕ ਜੀ, ਤੁਸੀਂ ਗੁਰ ਪਰਮੇਸ਼ਵਰ। ਇਹ ਤੁਹਾਡੀ ਨਜ਼ਰ ਦੇਖ ਸਕਦੀ ਹੈ ਕਿ ਹੁਕਮ ਹੈ ਅੰਦਰ ਸਭ ਕੋ। ਨਹੀਂ ਤੇ ਅਸੀਂ ਕਹਿੰਦੇ ਹਾਂ ਇਹ ਕਿਉਂ ਹੋਇਆ, ਇਹ ਮਾੜਾ ਹੋਇਆ, ਇਹ ਚੰਗਾ ਹੋਇਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇੱਥੇ ਹੁਕਮ ਦਾ ਮਾਂ ਮੁਕਤਾ ਹੈ ਕਿ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਬਾਹਰ ਹੁਕਮ ਨਾ ਕੋਏ, ਉਸ ਵਾਹਿਗੁਰੂ ਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਨਾਨਕ ਹੁਕਮੈ ਜੇ ਬੁਝੈ ਤਹੁ ਮੈਂ ਕਹੈ ਨਾ ਕੋਏ। ਇਹਦੇ ਅਨਵੈ ਅਰਥ ਹੋਣਗੇ, ਜਿਨੇ ਆਪਣੀ ਹਉਮੈ ਨੂੰ ਮਾਰਿਆ ਫਿਰ ਉਹਨੂੰ ਪਤਾ ਲੱਗੇਗਾ ਹੁਕਮ ਦੀ ਕੀਮਤ ਕੀ ਹੈ, ਹੁਕਮ ਦੀ ਤਾਕਤ ਕੀ ਹੈ। ਜਿਹੜਾ ਬੰਦਾ ਮੈਂ ਦੇ ਵਿੱਚ ਚਿੰਬੜਿਆ ਹੋਇਆ, ਗੁੜਚ ਹੈ, ਮੈਂ ਇਹ ਕਰ ਰਿਹਾ, ਮੈਂ ਐਵੇਂ ਕਰ ਰਿਹਾ, ਹੁਕਮ ਵਿੱਚ ਹੈ। ਮੈਂ ਜਿੱਥੇ ਵਰਤ ਰਿਹਾ ਉੱਥੇ ਹੁਕਮ ਨਹੀਂ ਵਰਤ ਸਕਦਾ, ਹੁਕਮ ਦੀ ਸੋਝੀ ਨਹੀਂ ਆ ਸਕਦੀ। ਤੂੰ ਕਰਤਾ ਤੂੰ ਹੁਆ ਦੇ ਵਿੱਚ ਜਦ ਸਿੱਖ ਤੁਰੇਗਾ, ਉੱਥੇ ਪਤਾ ਲੱਗੇਗਾ ਸੂਖਸ਼ਮਤਾਈ ਦੇ ਵਿੱਚ ਹੁਕਮ ਹੈ ਕੀ। ਹੁਣ ਇਸ ਪਦੇ ਦੀ ਵਿਆਖਿਆ ਅਗਲੇ ਆਉਣ ਵਾਲੇ 3-4 ਪਦਿਆਂ ਵਿੱਚ ਹੋਏਗੀ। ਇਹ ਖਤਮ ਨਹੀਂ ਹੋਈ, ਇਹ ਤਾਂ ਸ਼ੁਰੂਆਤ ਹੈ। ਇਹ ਅੱਗੋਂ ਜਾ ਕੇ ਗੁਰੂ ਸਾਹਿਬ ਬਹੁਤ ਸਾਰੀ ਪੌੜੀਆਂ ਦੇ ਵਿੱਚ ਲਫ਼ਜ਼ ਇੱਥੇ ਸਚਿਆਰਾ ਪੜ੍ਹਿਆ, ਯਾਦ ਰੱਖਿਓ, ਸਚਿਆਰਾ ਅੱਗੇ ਜਾ ਕੇ ਖੁੱਲ੍ਹੇਗਾ। 2 ਪੌੜੀਆਂ ਤੋਂ ਬਾਅਦ ਪਤਾ ਗੁਰੂ ਸਾਹਿਬ ਸਚਿਆਰੇ ਦੀ ਪਰਿਭਾਸ਼ਾ ਦੇਣਗੇ। ਹੁਕਮ ਇੱਥੇ ਵਰਤਿਆ 6 ਪੌੜੀਆਂ ਤੋਂ ਬਾਅਦ, ਫਿਰ 3 ਪੌੜੀਆਂ 4 ਪੌੜੀਆਂ ਆਉਣਗੀਆਂ ਜਿਹਦੇ ਵਿੱਚ ਸਤਿਗੁਰੂ ਜੀ ਹੁਕਮ ਦਾ ਜ਼ਿਕਰ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਹੁਣ ਇਸ ਹੁਕਮ ਨੂੰ ਥੋੜ੍ਹਾ ਜਿਹਾ ਦੇਖ ਲਓ। ਹਉਮੈ ਦੇ ਵਿੱਚ ਜੇ ਇੱਕ ਮੱਖੀ ਰੱਥ ਦੇ ਉਸ ਹਿੱਸੇ 'ਤੇ ਬੈਠੀ ਹੈ ਜਿੱਥੇ ਉਹਨੂੰ ਹਵਾ ਨਹੀਂ ਲੱਗ ਰਹੀ, ਅਤੇ ਉਹ ਰੱਥ ਤੁਰ ਪਿਆ ਅਤੇ 12 ਘੋੜੇ ਅੱਗੇ ਬੰਨੇ ਪਏ ਨੇ, ਅਤੇ 12 ਘੋੜੇ ਬੰਨੇ ਪਏ ਨੇ, ਅਤੇ ਜਦ ਤੁਰਦਾ ਅਤੇ ਰੱਥ ਮਿੱਟੋ ਮਿੱਟ ਉਡਾਈ ਜਾਂਦਾ, ਧੂੜੋ ਧੂੜ। ਅਤੇ ਮੱਖੀ ਕਹਿੰਦੀ ਹੈ ਵਾਹ, ਮੇਰੇ ਕਰਕੇ ਕਿੰਨੀ ਮਿੱਟੀ ਉੱਡ ਰਹੀ ਹੈ। ਮੱਖੀ ਨੂੰ ਇਹ ਨਹੀਂ ਪਤਾ ਤੇਰੇ ਕਰਕੇ ਕਿੱਥੋਂ ਉੱਡ ਰਹੀ ਹੈ। ਇਹ ਤਾਂ 12 ਘੋੜੇ ਅੱਗੇ ਨੇ ਅਤੇ ਪਿੱਛੇ ਰੱਥ ਹੈ। ਪਰ ਜੇ ਮੱਖੀ ਕਹੇ ਮੈਂ ਬੈਠੀ ਹਾਂ ਅਤੇ ਤਾਂ ਧੂੜ, ਬੰਦਾ ਇਵੇਂ ਹੁਕਮ ਨੂੰ ਸਮਝ ਹੀ ਨਹੀਂ ਸਕਦਾ। ਇਹ ਮੇਰੇ ਕਰਕੇ ਹੋ ਰਿਹਾ, ਇਹ ਮੇਰੇ ਕਰਕੇ ਮੈਂ ਕਰਾ ਰਿਹਾ, ਮੈਂ ਹਾਂ ਅਤੇ ਤਾਂ ਹੋ ਰਿਹਾ। ਉਹ ਕਰਾ ਰਿਹਾ ਅਤੇ ਤਾਂ ਹੋ ਰਿਹਾ, ਉਹਨੇ ਕਰਾਉਣਾ ਅਤੇ ਤਾਂ ਹੋਣਾ। ਇੱਕ ਬੁੜੀ ਕੋਲ ਮੁਰਗਾ ਸੀ, ਉਹਨੂੰ ਇਹ ਭੁਲੇਖਾ ਪੈ ਗਿਆ ਮੁਰਗਾ ਬਾਂਗ ਦਿੰਦਾ ਅਤੇ ਤਾਂ ਸਵੇਰ ਹੁੰਦੀ ਹੈ। ਉਹਨੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਸਵੇਰ ਤੋਂ ਮੈਂ ਗਿੱਚੀ ਘੋਟ ਕੇ ਰੱਖਣੀ ਆਪਣੇ ਮੁਰਗੇ ਦੀ। ਕਿਉਂ? ਕਹਿੰਦੇ ਇਸ ਪਿੰਡ 'ਚ ਮੈਂ ਸਵੇਰ ਨਹੀਂ ਹੋਣ ਦੇਣੀ। ਕਹਿੰਦੇ ਇਹ ਕੀ ਗੱਲ? ਕਹਿੰਦੇ ਮੇਰਾ ਮੁਰਗਾ ਬਾਂਗ ਦੇਗਾ ਤਾਂ ਸਵੇਰ ਹੋਣੀ ਹੈ। ਉਹ ਕਹਿੰਦੀ ਕਿਉਂ ਬੁੜੀਏ ਸਿਰ ਖਾਂਦੀ ਹੈ, ਗਾਂ ਤੁਰ, ਐਵੇਂ ਤੇਰੇ ਮੁਰਗੇ ਦੇ ਬਾਂਗ ਦੇਣ ਨਾਲ। ਉਹ ਅਗਲੇ ਪਿੰਡ 'ਚ ਚਲੀ ਗਈ। ਉਹਨੂੰ ਖਰੇ ਇਹ ਭੁਲੇਖਾ ਹੋਇਆ ਮੈਂ ਅਗਲੇ ਪਿੰਡ 'ਚ ਜਾ ਕੇ ਦੱਸਾਂਗੀ ਕਿ ਸਵੇਰ ਹੀ ਨਹੀਂ ਹੋਏਗੀ, ਅਤੇ ਸਵੇਰੇ ਇਹਦੇ ਮੁਰਗੇ ਨੂੰ ਦਬੋਚਲਾਂ ਅਤੇ ਸਵੇਰੇ ਬਾਂਗ ਨਹੀਂ ਦੇਗਾ। ਇਹ ਥੋੜ੍ਹੀ ਹੈ। ਹੁਕਮ ਹੈ ਅੰਦਰ ਸਭ ਕੁਝ ਸਮਝਣਾ ਬੜੀ ਵੱਡੀ ਦਾਤ ਹੈ। ਅਸੀਂ ਸਮਝੀ ਬੈਠੇ ਹਾਂ ਸਾਡੇ ਕਰਕੇ ਹੋ ਰਿਹਾ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਸਾਡੇ ਕਰਕੇ ਨਹੀਂ ਹੋ ਰਿਹਾ। ਉਹ ਕਰਾ ਰਿਹਾ, ਬੜੀ ਵੱਡੀ ਬਖਸ਼ਿਸ਼ ਦੇ ਵਿੱਚ ਕਰਾ ਰਿਹਾ, ਬੜੀ ਰਹਿਮਤ ਵਿੱਚ ਕਰਾ ਰਿਹਾ। ਉਹ ਕਰਾ ਰਿਹਾ ਅਤੇ ਤਾਂ ਸ਼ੋਭਾ ਹੈ, ਵਡਿਆਈ ਹੈ, ਬਖਸ਼ਿਸ਼ ਹੈ। ਜੇ ਨਹੀਂ ਕਰਾ ਰਿਹਾ ਅਤੇ ਤਾਂ ਫਿਰ ਬਖਸ਼ਿਸ਼ ਦਾ ਉਲਟਾ ਹੈ, ਭਵਾਈਆਂ ਹੈ। ਸਭ ਕੁਛ ਉਹਦੀ ਰਜ਼ਾ ਹੈ। ਜੇ ਕੋ ਡੂਬੈ ਫਿਰ ਹੋਵੈ ਸਾਰ। ਜੇ ਸੁੱਖ ਹੈ ਤੇ ਗਰਕ ਜਾਵਾਂਗੇ, ਜੇ ਦੁੱਖ ਦੇਗਾ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਫਿਰ ਉਹਦੇ ਕੋਲ ਆਵਾਂਗੇ। ਇਸ ਕਰਕੇ ਡੋਬ ਕੇ ਬਚਾਉਣ ਵਾਲਾ ਵੀ ਉਹ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ